2013 ਦੇ ਵਿੱਚ ਅਕਾਲੀਆਂ ਨੇ ਠੇਕਾ ਖੇਤੀ ਕਾਨੂੰਨ ਬਣਾਇਆ ਤੇ ਅਮਰਿੰਦਰ ਨੇ 2017 APMC ਐਕਟ ਦੇ ਉੱਤੇ ਵੀ ਸਾਈਨ ਕੀਤੇ ਨੇ। ਆਪ ਨੂੰ ਤਾਂ ਕਦੇ ਮੌਕਾ ਹੀ ਨਹੀਂ ਮਿਲਿਆ ਇਸ ਨੀਤੀਆਂ ਤੇ ਕੁਝ ਕਰਨ ਦਾ। ਦਿੱਲੀ ਦੇ ਵਿੱਚ ਆਪ ਦੀ ਸਰਕਾਰ ਹੈ, ਨਵੀਆਂ ਆਰਥਿਕ ਨੀਤੀਆਂ ਤੇ ਉਹ ਵੀ ਮੋਹਰ ਲਾਉਂਦੀ ਹੈ। ਵੀ ਪੋਲੀਟੀਕਲ ਪਾਰਟੀਆਂ ਦਾ ਇੱਕੋ ਹੀ ਖਾਸਾ ਹੈ, ਜਿਹੜੀ ਸੱਤਾ 'ਚ ਹੁੰਦੀ ਹੈ ਉਦੋਂ ਉਹ ਜ਼ਿਆਦਾ ਨਿਸ਼ਾਨੇ ਤੇ ਹੁੰਦੀ ਹੈ। ਸੁਨੇਹਾ ਦੇ ਹੋਣੀ ਨੂੰ ਹਿੰਮਤ ਦੇ ਹੱਥੀ ਕਿ ਆਖਿਰ ਮੈਂ ਤੈਨੂੰ ਨਿਵਾ ਕੇ ਹਟਾਂਗਾ। ਤੂੰ ਲਾ ਹੌਸਲੇ ਨਾਲ ਪੱਟਾਂ ਤੇ ਥਾਪੀ, ਮੁਸੀਬਤ ਨੂੰ ਕਹਿ ਦੇ ਤੈਨੂੰ ਢਾ ਕੇ ਹਟਾਂਗਾ। रिलायंस वालों ने एक दावा किया कि उनका ये जो कृषि कानून है इनमें कोई इंटरेस्ट नहीं है, लेकिन अभी इस बात को एक हफ्ता भी नहीं गुजरा कि रिलायंस वालों ने अपनी कहीं बात के बिल्कुल विपरीत जाते हुए कॉन्ट्रैक्ट फार्मिंग शुरू कर दी। कॉन्ट्रैक्ट एक्ट के बारे में केंद्र सरकार लगातार ये दावा करती रही कि हमने जो बिचौलिए हैं वो खत्म कर दिए, लेकिन कॉन्ट्रैक्ट एक्ट का जो सेक्शन 4 है उसमें बहुत क्लियरली मेंशंस है कि कई तरह के बिचौलिए उन्होंने इस कानून के तहत वो ले आए। स्वास्थ्य फार्मर्स प्रोड्यूसिंग कंपनी, ये इसको इन्होंने मिडिल मैन बनाया है, यानी कि रिलायंस वालों ने सीधा कॉन्ट्रैक्ट नहीं किया है किसानों के साथ। आप सभी देशवासी जान लीजिए कि जब 3 कृषि कानूनों के खिलाफ हमारी लड़ाई चल रही है, उसके दौरान कर्नाटका के रायचूर डिस्ट्रिक्ट में ये जो रिलायंस वालों ने कॉन्ट्रैक्ट किया है, ये उन लॉज के तहत होने वाला पहला कॉन्ट्रैक्ट। मैं जोगिंदर सिंह उगराहा, सूबा प्रधान भारतीय किसान यूनियन एकता। किसान साथियों, मैं तुहाडे नाल अपने हिंदुस्तान दे जानी पंजाब दीआं पोलीटिकल पार्टियां बारे कुछ गल्लां साझीआं करना चाहुंदा। आ 3 कानूनां दे संबंध च ਜਿਹੜੀਆਂ ਹਿੰਦੁਸਤਾਨ ਦੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦਾ ਪੈਂਤੜਾ ਹੈ, ਭਾਵੇਂ ਤੁਹਾਨੂੰ ਦੇਖਣ 'ਚ ਮਿਲ ਰਿਹਾ ਹੈ ਕਿ ਕੁਝ ਪੋਲੀਟੀਕਲ ਪਾਰਟੀਆਂ ਵਿਰੋਧ ਕਰ ਰਹੀਆਂ ਨੇ। ਜਾਨੀ ਜੇ ਇਹਨਾਂ ਦੇ ਅੱਗੋਂ ਜਿਹੜੀ ਪੜਚੋਲ ਕਰਨੀ ਹੋਵੇ, ਇਹਨਾਂ ਸਾਰੀਆਂ ਦਾ ਨੀਤੀਆਂ ਤੇ ਖਾਸਾ ਕੋਈ ਬਖਰੇਵਾਂ ਨਹੀਂ, ਇੱਕੋ ਜਿਹੀਆਂ ਨੇ। 2013 ਦੇ ਵਿੱਚ ਅਕਾਲੀਆਂ ਨੇ ਠੇਕਾ ਖੇਤੀ ਕਾਨੂੰਨ ਬਣਾਇਆ ਤੇ ਅਮਰਿੰਦਰ ਨੇ 2017 APMC ਐਕਟ ਦੇ ਉੱਤੇ ਵੀ ਸਾਈਨ ਕੀਤੇ ਨੇ। ਆਪ ਸੱਤਾ 'ਚ ਨਹੀਂ ਆਈ, ਇਸ ਬਾਰੇ ਆਪ ਨੂੰ ਤਾਂ ਕਦੇ ਮੌਕਾ ਹੀ ਨਹੀਂ ਮਿਲਿਆ ਇਸ ਨੀਤੀਆਂ ਤੇ ਕੁਝ ਕਰਨ ਦਾ। ਦਿੱਲੀ ਦੇ ਵਿੱਚ ਆਪ ਦੀ ਸਰਕਾਰ ਹੈ, ਨਵੀਆਂ ਆਰਥਿਕ ਨੀਤੀਆਂ ਤੇ ਉਹ ਵੀ ਮੋਹਰ ਲਾਉਂਦੀ ਹੈ। ਇਸ ਕਰਕੇ ਅੱਜ ਦੀ ਘੜੀ ਜੇ ਕਹਿਣਾ ਨਿਰਣਾ ਸਾਡਾ ਵੀ ਪੋਲੀਟੀਕਲ ਪਾਰਟੀਆਂ ਦਾ ਇੱਕੋ ਹੀ ਖਾਸਾ ਹੈ, ਜਿਹੜੀ ਸੱਤਾ 'ਚ ਹੁੰਦੀ ਹੈ ਉਦੋਂ ਉਹ ਜ਼ਿਆਦਾ ਨਿਸ਼ਾਨੇ ਤੇ ਹੁੰਦੀ ਹੈ। ਅੱਜ ਇਹ ਖੇਤੀ ਕਾਨੂੰਨਾਂ ਤੇ BJP ਨੇ ਇਹ ਲਾਗੂ ਕੀਤੇ ਨੇ ਖੇਤੀ ਕਾਨੂੰਨ, ਇਸ ਕਰਕੇ ਮੁੱਖ ਨਿਸ਼ਾਨੇ ਤੇ ਸਾਡੀ BJP ਹੈ ਤੇ BJP ਦਾ ਸਾਡਾ ਜਗ੍ਹਾ ਜਗ੍ਹਾ ਤੇ ਅਸੀਂ ਵਿਰੋਧ ਕਰ ਰਹੇ ਹਾਂ ਤੇ ਪੰਜਾਬ ਦੇ ਵਿੱਚ BJP ਆਗੂਆਂ ਦੇ ਅਸੀਂ ਘਰਾਓ ਵੀ ਕਰ ਰਹੇ ਹਾਂ ਤੇ ਉਹਨਾਂ ਦੇ ਸਵਾਲ ਵੀ ਪੁੱਛ ਰਹੇ ਹਾਂ ਆਗੂਆਂ ਨੂੰ। ਉਹਨਾਂ ਦੇ ਘਰਾਂ ਮੂਹਰੇ ਧਰਨੇ ਵੀ ਚੱਲ ਰਹੇ। ਇਹਦਾ ਮਤਲਬ ਇਹ ਨਹੀਂ ਕੱਢ ਲੈਣਾ ਚਾਹੀਦਾ ਕਿ ਅਸੀਂ BJP ਦੇ ਕੱਲੀ ਦੇ ਵਿਰੋਧੀ ਹਾਂ। ਅਸੀਂ ਰਾਜਨੀਤਿਕ ਤੌਰ ਤੇ, ਸਿਆਸੀ ਤੌਰ ਤੇ, ਨੀਤੀਆਂ ਦੇ ਤੌਰ ਤੇ ਸਾਰਿਆਂ ਨੂੰ ਇਹ ਸਮਝਦੇ ਹਾਂ ਵੀ ਇਹਨਾਂ ਦਾ 19-21 ਦਾ ਫਰਕ ਹੈ। ਇਸ ਕਰਕੇ ਅਸੀਂ ਅੱਜ ਦੀ ਘੜੀ 'ਚ ਇਹਨਾਂ ਨੀਤੀਆਂ ਦੇ ਵਿਰੋਧੀ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੋਇਆ। ਇਹਦੇ ਨਾਲ ਸੰਬੰਧਿਤ ਜਿੰਨੇ ਵੀ ਇਹਨਾਂ ਦੇ ਆਗੂ ਨੇ, ਸਥਾਨਕ ਆਗੂ, ਉਹਨਾਂ ਦੇ ਘਰਾਂ ਮੂਹਰੇ ਧਰਨੇ ਵੀ ਦੇਣੇ ਨੇ। ਕਿਸਾਨ ਏਕਤਾ ਮੋਰਚਾ
ਤੇ ਕਿਸਾਨਾਂ ਦੇ ਸੰਘਰਸ਼ ਦੇ ਨਾਮ ਦੀਪਕ ਜਤੋਈ ਜੀ ਦੀ ਕਵਿਤਾ ਰਾਈਆ ਤੋਂ ਰੁਕਣਾ। ਤੁਹਾਡੀ ਹੌਸਲਾ ਅਫਜ਼ਾਈ ਲਈ ਰਾਈਆ ਤੋਂ ਰੁਕਣਾ ਕਿ ਨਿਤ ਦੇ ਮੁਸਾਫਿਰ ਨਿਰਾਸ਼ਾ ਦੇ ਨਜ਼ਦੀਕ ਢੁਕਦੇ ਨਹੀਂ ਹੁੰਦੇ। ਇਹ ਸੂਰਜ, ਇਹ ਚੰਦਾ, ਇਹ ਹਵਾ, ਇਹ ਤਾਰੇ ਸਦਾ ਚੱਲਦੇ ਰਹਿੰਦੇ ਨੇ, ਕਦੀ ਰੁਕਦੇ ਨਹੀਂ ਹੁੰਦੇ। ਪਹਾੜਾਂ ਦੀ ਛਾਤੀ ਨੂੰ ਛਾਨਣੀ ਬਣਾ ਕੇ ਜਿਹੜੇ ਸੋਮੇ ਨਿਕਲਦੇ ਨੇ ਉਹ ਕਦੀ ਸੁੱਕਦੇ ਨਹੀਂ ਹੁੰਦੇ। ਤੇ ਤੂੰ ਤੇ ਜਾਣਾ ਬੜੀ ਦੂਰ ਹਾਲੇ ਕਿਉਂ ਤੂੰ ਸੂਰਤ ਹੈ ਰੋਣੀ ਬਣਾਈ। ਉਹੀ ਗੱਲ ਕੀਤੀ ਨਾ ਕਿ ਕੋਹ ਨਾ ਚੱਲੀ ਤੇ ਬਾਬਾ ਜੀ ਤਿਹਾਈ। ਮੈਂ ਮੰਨਦਾ ਹਾਂ ਮੰਜ਼ਿਲ ਹੈ ਤੇਰੀ ਦੁਰਾਡੇ, ਮੈਂ ਮੰਨਦਾ ਹਾਂ ਮੰਜ਼ਿਲ ਹੈ ਤੇਰੀ ਦੁਰਾਡੇ। ਥਕੇਵਾਂ ਏ ਟੰਗਾਂ ਨੂੰ ਚੜਿਆ ਵੀ ਹੋਣਾ, ਤੇਰੇ ਮਨ ਦਾ ਅੜੀਅਲ ਤੇ ਬੇਬਾਗ ਘੋੜਾ ਕਈ ਵਾਰ ਰਸਤੇ ਵਿੱਚ ਅੜਿਆ ਵੀ ਹੋਣਾ। ਤਾਂ ਕੀ ਹੋਇਆ ਚੰਨਿਆ, ਤਾਂ ਕੀ ਹੋਇਆ ਚੰਨਿਆ, ਇਹ ਤਾਂ ਹੋਇਆ ਹੀ ਕਰਦਾ। ਰੁਕਾਵਟ ਨਾ ਟੱਪੇ ਰਵਾਨੀ ਨਹੀਂ ਹੁੰਦੀ, ਰੁਕਾਵਟ ਨਾ ਟੱਪੇ ਰਵਾਨੀ ਨਹੀਂ ਹੁੰਦੀ। ਕਦਮ ਮੁਸ਼ਕਿਲਾਂ ਦੇ ਜੇ ਸੀਨੇ ਧਰ ਕੇ ਅੱਗੇ ਨਾ ਵਧਿਆ ਤੇ ਜਵਾਨੀ ਨਹੀਂ ਹੁੰਦੀ। ਜੇ ਸੂਲਾਂ ਤੇ ਤੁਰਿਆ ਤਾਂ 10 ਖਾਂ ਜਵਾਨਾ, ਜੇ ਸੂਲਾਂ ਤੇ ਤੁਰਿਆ ਤਾਂ 10 ਖਾਂ ਜਵਾਨਾ। ਅਜਿਹੇ ਜਿਹੇ ਭਖੜੇ ਤੋਂ ਡਰਨਾ ਕੀ ਹੋਇਆ। ਜੇ ਅੰਗਾਰਾਂ ਤੇ ਤੁਰਨ ਦਾ ਤੂੰ ਪ੍ਰਣ ਕੀਤਾ ਹੈ, ਜੇ ਅੰਗਾਰਾਂ ਤੇ ਤੁਰਨ ਦਾ ਤੂੰ ਪ੍ਰਣ ਕੀਤਾ ਹੈ, ਫਿਰ ਇਹ ਬੋਝ ਕੇ ਪੈਰ ਧਰਨਾ ਕੀ ਹੋਇਆ। ਸਦਾ ਸ਼ੇਰ ਤਰਦਾ ਹੈ ਪਾਣੀ ਨੂੰ ਸਿੱਧਾ। ਧਿਆਨ ਨਾਲ ਸੁਣਿਓ, ਇੱਥੇ ਕਵੀ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਸਦਾ ਤੇ ਸ਼ੇਰ ਤਰਦਾ ਹੈ ਪਾਣੀ ਨੂੰ ਸਿੱਧਾ, ਵਹਾ ਨਾਲ ਵਹਿ ਜਾਣਾ ਤਰਨਾ ਕੀ ਹੋਇਆ। ਕਦਮ ਜੇ ਵਧਾਇਆ ਤੇ ਮੁੜ ਕੀ ਵੇਨਾ, ਕਦਮ ਜੇ ਵਧਾਇਆ ਤੇ ਮੁੜ ਕੀ ਵੇਨਾ। ਤੇਰੇ ਸਿਰ ਤੇ ਫਰਜ਼ਾਂ ਦਾ ਥੱਬਾ ਹੈ ਚੰਨਿਆ। ਇਹ ਰੁਕ ਕੇ ਵਧਣਾ, ਇਹ ਰੁਕ ਕੇ ਵਧਣਾ ਜਾਂ ਵੱਧ ਕੇ ਰੁਕਣਾ ਤੇਰੀ ਵੀਰਤਾ ਉੱਤੇ ਧੱਬਾ ਹੈ ਚੰਨਿਆ। ਕਿ ਜ਼ਮਾਨੇ ਦੇ ਚੱਕਰ ਨੂੰ ਲਲਕਾਰ ਕੇ ਕਹਿ ਦੇ, ਜ਼ਮਾਨੇ ਦੇ ਚੱਕਰ ਨੂੰ ਲਲਕਾਰ ਕੇ ਕਹਿ ਦੇ, ਚੱਕਰ ਮੈਂ ਤੇਰੇ ਭੁਆਂ ਕੇ ਹਟਾਂਗਾ। ਸੁਨੇਹਾ ਦੇ ਹੋਣੀ ਨੂੰ ਹਿੰਮਤ ਦੇ ਹੱਥੀ। ਬੜੀ ਡੂੰਘੀ ਗੱਲ ਹੈ ਇਸ ਲਾਈਨ 'ਚ। ਕਵੀ ਕਹਿ ਰਹੇ ਨੇ ਆਪਣੀ ਹੋਣੀ ਨੂੰ ਯਾਨੀ ਆਪਣੀ ਕਿਸਮਤ ਨੂੰ ਸੁਨੇਹਾ ਭੇਜ। ਕਿਹਦੇ ਹੱਥੀ? ਆਪਣੇ ਹਿੰਮਤ, ਆਪਣੇ ਜੋਸ਼ ਦੇ ਹੱਥੀ। ਸੁਨੇਹਾ ਦੇ ਹੋਣੀ ਨੂੰ ਹਿੰਮਤ ਦੇ ਹੱਥੀ ਕਿ ਆਖਿਰ ਮੈਂ ਤੈਨੂੰ ਨਿਵਾ ਕੇ ਹਟਾਂਗਾ। ਤੂੰ ਲਾ ਹੌਸਲੇ ਨਾਲ ਪੱਟਾਂ ਤੇ ਥਾਪੀ, ਮੁਸੀਬਤ ਨੂੰ ਕਹਿ ਦੇ ਤੈਨੂੰ ਢਾ ਕੇ ਹਟਾਂਗਾ। ਔਰ ਜਦੋਂ ਵੇਖੀ ਤੇਰੇ ਇਰਾਦੇ 'ਚ ਸਖਤੀ, ਜਦੋਂ ਵੇਖੀ ਤੇਰੇ ਇਰਾਦੇ 'ਚ ਸਖਤੀ, ਤਾਂ ਸ਼ਕਤੀ ਆਪ ਆਲੇ ਦੁਆਲੇ ਘੁੰਮੂਗੀ ਤੇਰੇ। ਇਹ ਸਾਰੀ ਦੀ ਸਾਰੀ ਖੁਦਾਈ ਦੀ ਤਾਕਤ, ਇਹ ਸਾਰੀ ਦੀ ਸਾਰੀ ਖੁਦਾਈ ਦੀ ਤਾਕਤ ਤੂੰ ਵੇਖੇਂਗਾ ਪੈਰਾਂ ਨੂੰ ਚੁੰਮੇਗੀ ਤੇਰੇ, ਤੂੰ ਵੇਖੇਂਗਾ ਪੈਰਾਂ ਨੂੰ ਚੁੰਮੇਗੀ ਤੇਰੇ। ਤੂੰ ਵੇਂਦਾ ਨਹੀਂ, ਤੂੰ ਵੇਂਦਾ ਨਹੀਂ ਕੁਦਰਤ ਦੀ ਬਾਹ ਲੰਮੀ ਲੰਮੀ ਕਿਵੇਂ ਤੇਰੀ ਮਦਦ ਲਈ ਆਂਦੀ ਪਈ ਹੈ। ਕੁਰਾਹੇ ਨਾ ਪੈ ਜਾਏ ਇਸ ਕਰਕੇ ਬਿਜਲੀ ਲਿਸ਼ਕਾਂ ਨਾਲ ਰਸਤਾ ਵਿਖਾਉਂਦੀ ਪਈ ਹੈ। ਜਿਹੜੀ ਬਿਜਲੀ ਲਿਸ਼ਕ ਰਹੀ ਹੈ, ਬੱਦਲ ਗਰਜ ਰਹੇ, ਉਹਨੂੰ ਮੁਸ਼ਕਲ ਨਹੀਂ ਕਹਿ ਰਹੇ ਕਵੀ, ਕਹਿ ਰਹੇ ਉਹ ਤੈਨੂੰ ਰਾਹ ਪਾਉਂਦੀ ਪਈ ਹੈ। ਹਿਫਾਜ਼ਤ ਤੇਰੀ ਲਈ ਖੂਨੀ ਦਰਿੰਦੇ ਤੇਰੇ ਅੱਗੇ ਪਿੱਛੇ ਚੱਲੇ ਆ ਰਹੇ ਨੇ, ਤੇ ਰਫਤਾਰ ਤੇਰੀ 'ਚ ਸੁਸਤੀ ਨਾ ਆ ਜੇ ਇਸ ਕਰਕੇ ਪੈਰਾਂ 'ਚ ਕੰਡੇ ਚੁਭੇ ਜਾ ਰਹੇ ਨੇ। ਯਾਨੀ ਹਰ ਮੁਸ਼ਕਿਲ ਤੈਨੂੰ ਅੱਗੇ ਹੋਰ ਅੱਗੇ ਜ਼ਿੰਦਗੀ 'ਚ ਭੇਜਣ ਲਈ ਆ ਰਹੀ ਹੈ। ਉਹ ਵੇਖ ਹੁਣ ਤਾਂ ਉਜਾਲਾ ਵੀ ਦੱਸਿਆ। ਮੈਂ ਮੰਨਦਾ ਸੰਘਰਸ਼ ਬਹੁਤ ਲੰਬਾ ਚੱਲਿਆ, ਪਰ ਇੱਥੇ ਕਵੀ ਸਾਨੂੰ ਆਸ਼ਾ ਦਿਖਾ ਰਹੇ ਨੇ। ਉਹ ਵੇਖ ਹੁਣ ਤਾਂ ਉਜਾਲਾ ਵੀ ਦੱਸਿਆ ਤੇ ਮੰਜ਼ਿਲ ਵੀ ਬਾਹਾਂ ਉਲਾਰੀ ਖੜੀ ਹੈ। ਤੂੰ ਨੱਠੀ ਜਾ, ਤੂੰ ਨੱਠੀ ਜਾ ਬਗਲਗੀਰ ਹੋ, ਉਡੀਕਾਂ 'ਚ ਕਰਦੀ ਤਿਆਰੀ ਖੜੀ ਹੈ। ਤੇਰੇ ਦਮ ਕਦਮ ਤੇ ਭਰੋਸੇ ਉਹ ਝੱਲੀ ਉਮੀਦਾਂ ਦੇ ਮੰਜ਼ਰ ਉਸਾਰੀ ਖੜੀ ਹੈ। ਤੂੰ ਪਹੁੰਚਿਆ ਤਾਂ ਵੇਖੀ, ਇਹ ਧਿਆਨ ਨਾਲ ਸੁਣਿਓ ਲਾਸਟ ਲਾਈਨਾਂ ਨੇ ਇਸ ਕਵਿਤਾ ਦਾ। ਤੂੰ ਪਹੁੰਚਿਆ ਤਾਂ ਦੇਖੀ ਤੇਰੇ ਜੈ ਦੇ ਨਾਰੇ, ਇਹ ਰਲ ਮਿਲ ਕੇ ਦੁਨੀਆ ਪੁਕਾਰੀ ਖੜੀ ਹੈ। ਔਰ ਤੇਰੇ ਇਸ ਜੀਵਨ ਦੀ ਦੀਪਕ ਦੀ ਲੌ ਨੇ ਨਸਲ ਆਉਣ ਵਾਲੀ ਨੂੰ ਰਸਤਾ ਵਿਖਾਉਣਾ ਹੈ। ਪਵਿੱਤਰ ਸਮਝ ਕੇ ਤੇਰੇ ਪੈਰਾਂ ਦਾ ਰੇਤਾ ਇਹ ਲੋਕਾਂ ਨੇ ਚੁੰਮ ਕੇ ਮੱਥੇ ਨੂੰ ਲਾਉਣਾ ਹੈ। ਪਵਿੱਤਰ ਸਮਝ ਕੇ ਤੇਰੇ ਪੈਰਾਂ ਦਾ ਰੇਤਾ ਇਹ ਲੋਕਾਂ ਨੇ ਚੁੰਮ ਕੇ ਮੱਥੇ ਨੂੰ ਲਾਉਣਾ ਹੈ। ਜੋ ਸੰਘਰਸ਼ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਪ੍ਰਣਾਮ। ਤੁਸੀਂ ਜਲਦੀ ਕਾਮਯਾਬ ਹੋਵੋ, ਇਹੀ ਸਾਡੇ ਸਾਰਿਆਂ ਦੀ ਅਰਦਾਸ ਹੈ। ਕਿਸਾਨ ਮਜ਼ਦੂਰ ਏਕਤਾ जिंदाबाद। दोस्तों, मेरा नाम रजिंदर सिंह दीप सिंह वाला, उपाध्यक्ष कीर्ति किसान यूनियन। आज हम आपके साथ एक अहम जानकारी साझी करने के लिए आपके समक्ष पेश हुए हैं। पिछले दिनी रिलायंस वालों ने एक दावा किया कि उनका जो कृषि कानून है इनमें कोई इंटरेस्ट नहीं है।
वो ना तो कॉन्ट्रैक्ट फार्मिंग करने जा रहे हैं और ना ही जो अनाज है उसे परचेज करने जा रहे हैं। ये बयान उन्होंने तब दिया जब पंजाब और हरियाणा में और देश के दूसरे हिस्सों में लोग रिलायंस के जो कनेक्शंस हैं वो हटवा रहे थे, उनके जो सिम थे वो पोर्ट करवा रहे थे और उनके प्रोडक्ट्स का बाइकआउट कर रहे थे। तो उस घाटे के चलते उन्होंने ये स्टेटमेंट दी। लेकिन अभी इस बात को एक हफ्ता भी नहीं गुजरा कि रिलायंस वालों ने अपनी कहीं बात के बिल्कुल विपरीत जाते हुए कॉन्ट्रैक्ट फार्मिंग शुरू कर दी। एक तरफ दुनिया का सबसे बड़ा किसान आंदोलन चल रहा है, दिल्ली को घेरा ढाल के लोग बैठे हैं। आज हरियाणा में सीएम खट्टर की रैली नहीं होने दी, देश में लगातार आंदोलन बढ़ रहा है, दुनिया में लगातार इसकी सपोर्ट बढ़ रही है। लेकिन आज आप सबके सामने हमें वो जानकारी लेकर आई है जिससे आप समझ सकते हैं कि इन कृषि कानूनों से जो हम प्रचार करते रहे, लोगों को बताते रहे पिछले 6 महीने, वो सच होने जा रहा है। कर्नाटका के रायचूर डिस्ट्रिक्ट में रिलायंस लिमिटेड वालों ने, रिलायंस रिटेल लिमिटेड वालों ने एक कॉन्ट्रैक्ट किया है 1100 किसानों के साथ कि वो उनका धान खरीदेंगे और जो एपीएमसी के तहत जो एमएसपी है उससे 82 रुपए वो ज्यादा कीमत देंगे पर क्विंटल। तो पहली तो आशंका हमारी वो सही साबित हुई जिसमें हम वो कह रहे थे कि जो एपीएमसी के तहत उनको 8.5% टैक्स लगाया जाना था, वो अब जो एपीएमसी एक्ट को बाईपास करके मंडी खुलेगी उसमें वो टैक्स नहीं लगेगा, जिससे उनको जो टैक्स के रूप में उन्होंने पैसा देना था वो बचेगा और वही पैसे का एक हिस्सा वो किसानों को ज्यादा कीमत देंगे ताकि किसान उनके पास अपनी फसल लेकर आए और धीरे धीरे एपीएमसी जो मंडीज है उनमें अनाज ना जाए और वो मंडीज धीरे धीरे बंद हो जाएंगी और उसके बाद अनाज खरीदने के क्षेत्र में उनकी मोनोपोली हो जाएगी। तो आज उसी तरफ कदम आगे बढ़ाते हुए उन्होंने ये किया कि किसानों को लालच दिया कि 82 रुपए वो ज्यादा देंगे और 1100 किसानों के साथ जी उन्होंने कॉन्ट्रैक्ट किया। कॉन्ट्रैक्ट एक्ट के बारे में केंद्र सरकार लगातार ये दावा करती रही कि हमने जो बिचौलिए हैं वो खत्म कर दिए, लेकिन कॉन्ट्रैक्ट एक्ट का जो सेक्शन 4 है उसमें बहुत क्लियरली मेंशंस है कि कई तरह के बिचौलिए उन्होंने इस कानून के तहत वो ले आए। और अब जे रिलायंस वालों ने जो कॉन्ट्रैक्ट किया है वो SFPL नाम की एक संस्था, जिसका मतलब है स्वास्थ्य फार्मर्स प्रोड्यूसिंग कंपनी, ये इसको इन्होंने मिडिल मैन बनाया है। यानी कि रिलायंस वालों ने सीधा कॉन्ट्रैक्ट नहीं किया है किसानों के साथ, SFPC के तहत ये कॉन्ट्रैक्ट किया है। तो पहला बिचौलिया तो ये हुए। आगे उन्होंने क्या किया कि जो धान की कीमत दी जाएगी किसानों को, उसकी जो क्वालिटी असेसमेंट करेगी वो एक थर्ड पार्टी होगी। तो ये भी एक बिचौलिया है। जो हम पहले बोलते रहे कि कॉन्ट्रैक्ट एक्ट के सेक्शन 4 के तहत पूरे एक असेयर्स की लिस्ट है
एक नए मिडिल मैन की लिस्ट है, नए बिचौलियों की लिस्ट है। ये 2 बिचौलिए अब तक इस एक कॉन्ट्रैक्ट में आ गए। अब ये आप सभी देशवासी जान लीजिए कि जब 3 कृषि कानूनों के खिलाफ हमारी लड़ाई चल रही है, उसके दौरान कर्नाटका के रायचूर डिस्ट्रिक्ट में ये जो रिलायंस वालों ने कॉन्ट्रैक्ट किया है, ये उन लॉज के तहत होने वाला पहला कॉन्ट्रैक्ट है। तो जो हम बोलते थे कि अबानी अडानी के लिए सरकार कर रही है, तो अब अंबानियों ने अपना वो रंग कर्नाटक में दिखाना शुरू कर दिया है। ये पहला कदम उन्होंने बढ़ा दिया है। तो धीरे धीरे ऐसे ही वो आगे बढ़ेंगे और देश लूटेंगे। तो इससे क्या निष्कर्ष निकलता है? इससे यह निष्कर्ष निकलता है कि इन कृषि कानूनों के खिलाफ जो जन आंदोलन चल रहा है, इसको और तेज करने की जरूरत है। इन लॉज को निरस्त कराने की जरूरत है। आज जो मॉइस्चर की कंडीशन लगा रहे हैं, धान में नमी की शर्त लगा रहे हैं, और अगर वो शर्त पूरी होती है तो तब वह 82 रुपए पर क्विंटल ज्यादा देंगे। अब देखते कि एपीएमसी मंडी में मॉइस्चर थोड़ा कम ज्यादा भी हो तो तब भी धान बिक जाता है। अगर एपीएमसी के बाहर जो खरीदेंगे, ये इनकी मर्जी होगी। आज अगर ये 16 पॉइंट मॉइस्चर कह रहे हैं तो कल 15 कहेंगे, 14 कहेंगे, 13 कहेंगे, तो इनकी मर्जी होगी। और उसके नाम पर, क्योंकि कॉन्ट्रैक्ट एक्ट में बहुत स्पष्ट लिखा है कि किसान की फसल की कीमत भी कम की जा सकती है। किसकी रिपोर्ट पर? असेयर्स की रिपोर्ट पर, जो क्वालिटी चेक करेंगे उनकी रिपोर्ट पर। तो अब ये काले कानून लागू होने शुरू हो गए हैं। तो आप सभी को विनती है कि सरकार की साजिश को जानिए, और रिलायंस वालों ने जो पिछले दिन इतना बड़ा झूठ बोला, गोदी मीडिया ने इसको प्रचारा, और सिंघू तो हमारे धरने में उन्होंने वो पर्चे लिखकर बांटे कि रिलायंस वालों का इन लॉज के साथ कोई संबंध नहीं, वो कोई कॉन्ट्रैक्ट नहीं करने जा रहे। ये क्या है जो कर्नाटका में हो रहा है? सो आइए इनके खिलाफ डटिए, और 26 जनवरी को जो दुनिया के इतिहास के सबसे बड़े आंदोलन के तहत सबसे बड़ा ट्रैक्टर रैली और किसान परेड होने जा रही है, उसमें आप भाग लीजिए। देश के सभी किसानों को विनती है, ये अबानी अडानी और सभी कारपोरेट जिनके लिए मोदी सरकार काम करती है, इन सभी लोगों को हराने के लिए आइए ताकत इकट्ठा करें और देश के किसानों को बचाएं और इन कृषि कानूनों को निरस्त कराएं। धन्यवाद।